ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਮੈਂ ਕੱਲ ਆਪ ਜੀ ਨੂੰ ਇਹ ਤੁਕਾਂ ਸੁਣਾਈਆਂ ਸਨ ਤੇ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਸਿਮਰ ਕੇ ਪ੍ਰਭੂ ਨੂੰ ਯਾਦ ਕਰਕੇ ਤੇ ਸੁਖ ਪ੍ਰਾਪਤ ਕਰੋ, ਕਿਉਂਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ। ਤੇ ਸੁਖ ਪਾਉਣ ਵਾਸਤੇ ਜ਼ਰੂਰੀ ਹੈ ਕਿ ਕਲੇਸ਼ ਸਾਡੇ ਘਰ ਚੋਂ, ਆਪਣੇ ਤਨ ਚੋਂ, ਪਰਿਵਾਰ ਚੋਂ ਮਿਟ ਜਾਏ। ਕਲ ਕਲੇਸ਼ ਤਨ ਮਾਹਿ ਮਿਟਾਵੋ। ਸੋ ਸਾਧ ਸੰਗਤ ਜੀ, ਹੁਣ ਇਹ ਬੜਾ ਔਖਾ ਜਿਹਾ ਕੰਮ ਹੈ ਕਿ ਕਿਵੇਂ ਪ੍ਰਭੂ ਨੂੰ ਹਰ ਵੇਲੇ ਸਿਮਰਿਆ ਜਾਵੇ, ਕਿਵੇਂ ਯਾਦ ਰੱਖਿਆ ਜਾਵੇ। ਹੱਥ ਕਾਰ ਵੱਲ ਤੇ ਦਿਲ ਯਾਰ ਵੱਲ। ਇਹਦੇ ਵਾਸਤੇ ਵੀ ਅਭਿਆਸ ਕਰਨਾ ਪੈਂਦਾ। ਲੰਬਾ ਅਭਿਆਸ ਕਰ ਲਈਏ ਤਾਂ ਫਿਰ ਬਹੁਤ ਹੱਦ ਤੱਕ ਸਾਨੂੰ ਹਰ ਵੇਲੇ ਆਪਣਾ ਪ੍ਰੀਤਮ ਯਾਦ ਰਹਿ ਸਕਦਾ। ਉਹ ਪ੍ਰੀਤਮ ਕੋਈ ਵੀ ਹੋ ਸਕਦਾ। ਜਿਹੜੇ ਲੜਕੇ ਲੜਕੀਆਂ ਆਪਸ ਵਿੱਚ ਪਿਆਰ ਕਰਦੇ ਨੇ, ਉਹ ਵੀ ਅਰਧ ਚੇਤ ਜਾਂ ਅਚੇਤ ਮਨ ਵਿੱਚ ਹੀ ਬੜਾ ਲੰਬਾ ਸਮਾਂ ਅਭਿਆਸ ਕਰਕੇ ਆਪਣੇ ਪ੍ਰੀਤਮ ਨੂੰ ਅੰਦਰ ਵਸਾਉਂਦੇ ਨੇ। ਭਾਵ ਪ੍ਰੀਤਮ ਤੋਂ ਮਤਲਬ ਮਹਿਬੂਬ। ਉਹ ਲੜਕਾ ਹੋਵੇ, ਲੜਕੀ ਹੋਵੇ, ਬੁੱਢਾ ਹੋਵੇ, ਬੁੱਢੀ ਹੋਵੇ, ਕੁਛ ਵੀ ਹੋ ਸਕਦਾ। ਉਹ ਗੁਰੂ ਵੀ ਹੋ ਸਕਦਾ, ਕਿਉਂਕਿ ਪ੍ਰਭੂ ਨੂੰ, ਨਿਰਾਕਾਰ ਪ੍ਰਭੂ ਦਾ ਧਿਆਨ ਧਰਨਾ ਇੱਕ ਹਿਸਾਬ ਨਾਲ ਸੋਚੀਏ ਤਾਂ ਅਸੰਭਵ ਜਿਹੀ ਗੱਲ ਹੈ। ਪ੍ਰਭੂ ਦਾ ਧਿਆਨ ਤਾਂ ਸਾਕਾਰ ਰੂਪ ਵਿੱਚ ਹੀ ਧਰਿਆ ਜਾ ਸਕਦਾ ਹੈ, ਅਤੇ ਸਾਕਾਰ ਰੂਪ ਦੇ ਵਿੱਚ ਪ੍ਰਭੂ ਦਾ ਸਰੂਪ ਸਤਿਗੁਰੂ ਹੁੰਦਾ। ਤੋ ਜੇ ਅਸੀਂ ਆਪਣੇ ਸਤਿਗੁਰੂ ਦਾ ਧਿਆਨ ਧਰੀਏ, ਜਿਵੇਂ ਭਾਈ ਕਨ੍ਹਈਆ ਜੀ ਨੇ ਕਿਹਾ ਕਿ ਸੱਚੇ ਪਾਤਸ਼ਾਹ, ਮੈਂ ਤਾਂ ਕਿਸੇ ਨੂੰ ਪਾਣੀ ਪਿਆਉਂਦਾ ਹੀ ਨਹੀਂ, ਮੈਂ ਤਾਂ ਤੁਹਾਨੂੰ ਪਾਣੀ ਪਿਆਉਂਦਾ, ਮੈਨੂੰ ਤਾਂ ਦਿਸਦਾ ਹੀ ਨਹੀਂ ਹੋਰ ਕੋਈ। ਉਹਨੂੰ ਨਿਰਾਕਾਰ ਤਾਂ ਨਹੀਂ ਨਾ ਦਿਸੇ। ਸੋ ਇਹ ਗੱਲਾਂ ਬੜੀਆਂ ਡੂੰਘੀਆਂ ਵਿਚਾਰਨ ਵਾਲੀਆਂ ਨੇ। ਇਸ ਕਰਕੇ ਸਾਨੂੰ ਲੋੜ ਹੈ ਕਿ ਅਸੀਂ ਸਤਿਗੁਰ ਕੀ ਮੂਰਤ ਹਿਰਦੇ ਵਸਾਏ, ਮਨ ਇੱਛੇ ਸਹੀ ਫਲ ਪਾਏ। ਆਪਣੇ ਗੁਰੂ ਦਾ ਸਰੂਪ ਆਪਣੇ ਮਨ ਦੇ ਵਿੱਚ ਵਸਾਵੇ। ਹੁਣ ਗੁਰੂ ਕਿਹੜਾ ਹੁੰਦਾ? ਗੁਰੂ ਦੇਹਧਾਰੀ ਦਾ ਸਰੂਪ ਹੀ ਮਨ ਚ ਵਸਾ ਸਕਦੇ ਆ, ਨਿਰਾਕਾਰ ਦਾ ਤਾਂ ਵਸ ਨਹੀਂ ਸਕਦਾ। ਸਰੂਪ ਤਾਂ ਦੇਹਧਾਰੀ ਦਾ ਹੀ ਅੰਦਰ ਵਸ ਸਕਦਾ। ਸੱਚੇ ਪਾਤਸ਼ਾਹ ਇੱਕ ਥਾਂ ਹੋਰ ਵੀ ਲਿਖਦੇ ਨੇ, ਤਿਸ ਗੁਰ ਕਉ ਸਿਮਰੋ ਸਾਸ ਸਾਸ। ਐਸੇ ਸਤਿਗੁਰੂ ਨੂੰ ਸਵਾਸ ਸਵਾਸ ਯਾਦ ਕਰ। ਗੁਰ ਮੇਰੇ ਪ੍ਰਾਣ, ਸਤਿਗੁਰ ਮੇਰੀ ਰਾਸ। ਗੁਰੂ ਹੀ ਮੇਰੇ ਪ੍ਰਾਣ ਨੇ, ਮੇਰੇ ਸਵਾਸ ਨੇ, ਤੇ ਗੁਰੂ ਹੀ ਮੇਰੀ ਰਾਸ ਹੈ। ਭਾਵ ਮੇਰੀ ਸਾਰੀ ਜਾਇਦਾਦ, ਚੱਲ ਅਚਲ ਸਾਰੀਆਂ ਤਰ੍ਹਾਂ ਦੀਆਂ, ਮੇਰਾ ਸਾਰਾ ਧਨ ਹਰੇਕ ਪ੍ਰਕਾਰ ਦਾ ਗੁਰੂ ਹੀ ਹੈ ਮੇਰਾ। ਅੱਗੇ ਬਚਨ ਕਰਦੇ ਨੇ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਤੋ ਹੁਣ ਇੱਥੇ ਵਿਚਾਰਨ ਦੀ ਲੋੜ ਹੈ ਕਿ ਕਿਹੜੇ ਗੁਰੂ ਦਾ ਦਰਸ਼ਨ ਆਪਾਂ ਦੇਖ ਸਕਦੇ ਹਾਂ। ਭਾਵੇਂ ਗੁਰੂ ਸ਼ਬਦ ਦਾ ਅਰਥ ਪ੍ਰਭੂ ਵਾਸਤੇ ਵੀ ਹੈਗਾ, ਪ੍ਰਭੂ ਵੀ ਗੁਰੂ ਸ਼ਬਦ ਦਾ ਅਰਥ ਹੈ, ਪਰੰਤੂ ਉਹਦੇ ਦਰਸ਼ਨ ਵੇਖ ਵੇਖ ਕੇ ਮੈਂ ਜਿਉ ਰਿਹਾ। ਜਿਹਦਾ ਸਰੂਪ ਹੀ ਨਹੀਂ, ਉਹਦੇ ਦਰਸ਼ਨ ਕਿੱਥੋਂ ਹੋਣਗੇ। ਫਿਰ ਅਗਲਾ ਬਚਨ ਹੈ, ਗੁਰ ਕੇ ਚਰਨ ਧੋਏ ਧੋਏ ਪੀਵਾ। ਗੁਰੂ ਦੇ ਚਰਨ, ਇਹ ਤਾਂ ਦੇਹਧਾਰੀ ਦੇ ਹੋਣਗੇ ਨਾ, ਕਿਸੇ ਮਨੁੱਖ ਦੇ ਚਰਨ ਹੋਣਗੇ ਜਿਹੜੇ ਧੋ ਧੋ ਕੇ ਸਿੱਖ ਪੀ ਸਕਦਾ। ਨਿਰਾਕਾਰ ਦਾ ਜਿਹਦਾ ਆਕਾਰ ਹੀ ਨਿਰਾਕਾਰ, ਜਿਹੜਾ ਹੈ ਹੀ ਨਿਰਾਕਾਰ ਹੈ, ਉਹਦੇ ਚਰਨ ਕਿੱਥੋਂ ਹੋਏ? ਜੇ ਚਰਨ ਹੀ ਹੈਗੇ ਤੇ ਧੋ ਕੇ ਪੀਵਾਂਗੇ ਕਿੱਥੋਂ? ਇਸ ਕਰਕੇ ਮਨੁੱਖ ਰੂਪ ਵਿੱਚ ਸਤਿਗੁਰੂ ਦੇ ਚਰਨ ਹੀ ਧੋ ਕੇ ਪੀਤੇ ਜਾ ਸਕਦੇ ਨੇ। ਅਤੇ ਇੱਥੇ ਗੁਰੂ ਸ਼ਬਦ ਜਿਹੜਾ ਉਹ ਦੇਹਧਾਰੀ ਸਤਿਗੁਰੂ ਵਾਸਤੇ ਹੀ ਹੈ। ਇਸ ਕਰਕੇ ਅੱਗੇ ਵੀ ਦੇਖੋ ਬਹੁਤ ਸਾਰੀਆਂ ਤੁਕਾਂ ਐਸੀਆਂ ਆਉਂਦੀਆਂ ਨੇ, ਗੁਰ ਕੀ ਰੇਣ ਨਿਤ ਮੱਜਨ ਕਰੋ। ਗੁਰੂ ਦੀ ਚਰਨ ਧੂੜ ਮੈਂ ਆਪਣੇ ਸਾਰੇ ਪਿੰਡੇ ਤੇ ਮਲ ਕੇ ਉਹਦੇ ਨਾਲ ਇਸ਼ਨਾਨ ਕਰਾਂ। ਜਨਮ ਜਨਮ ਕੀ ਹਉਮੈ ਮਲ ਹਰੋ। ਜਿਹੜੀ ਹੰਕਾਰ ਦੀ ਮੈਲ ਲੱਗੀ ਹੋਈ ਹੈ ਜਨਮਾਂ ਜਨਮਾਂਤਰਾਂ ਦੀ, ਉਹਨੂੰ ਮੈਂ ਦੂਰ ਕਰਾਂ। ਫਿਰ ਤਿਸ ਗੁਰ ਕੋ ਝੁਲਾਵੋ ਪਾਖਾ। ਮੈਂ ਉਸ ਸਤਿਗੁਰੂ ਨੂੰ ਪੱਖਾ ਝੱਲਾਂ। ਕਿਹੜੇ ਗੁਰੂ ਨੂੰ? ਮਹਾਂ ਅਗਨ ਤੇ ਹੱਥ ਦੇ ਰੱਖਾ, ਜਿਹਨੇ ਬਹੁਤ ਭਿਆਨਕ ਅਗਨੀ ਤੋਂ ਹੱਥ ਦੇ ਕੇ ਮੈਨੂੰ ਬਚਾ ਲਿਆ। ਉਹ ਭਿਆਨਕ ਅਗਨੀ ਕੀ ਹੈ? ਮਹਾਂ ਅਗਨੀ। ਉਹਦੇ ਵਿੱਚ ਵੀ ਕਈ ਪ੍ਰਕਾਰ ਦੀਆਂ ਅਗਨੀਆਂ ਮੰਨੀਆਂ ਨੇ ਸ਼ਾਸਤਰਾਂ ਨੇ, ਪਰੰਤੂ ਇੱਕ ਮਹਾ ਭਿਆਨਕ ਅਗਨੀ ਹੈ ਤ੍ਰਿਸ਼ਨਾ ਦੀ। ਮੇਰੇ ਕੋਲ ਆ ਵੀ ਹੋਵੇ, ਆ ਵੀ ਹੋਵੇ, ਆ ਵੀ ਹੋਵੇ।
ਕਿਉਂਕਿ ਜਿਹਨੂੰ ਤ੍ਰਿਸ਼ਨਾ ਵੱਡਾ ਰੋਗ ਲੱਗਾ, ਸੱਚੇ ਪਾਤਸ਼ਾਹ ਲਿਖਿਆ ਹੋਇਆ ਗੁਰਬਾਣੀ ਵਿੱਚ, ਤ੍ਰਿਸ਼ਨਾ ਵੱਡਾ ਰੋਗ, ਬਹੁਤ ਵੱਡਾ ਰੋਗ ਹੈ ਉਹ। ਤੇ ਜਿਹਨੂੰ ਏਡਾ ਵੱਡਾ ਰੋਗ ਲੱਗਾ ਹੈ ਨਾ, ਉਹਨੂੰ ਫਿਰ ਬਿਨਾਂ ਸੰਤੋਖ ਨਹੀਂ ਰਾਜਿਆ। ਬਿਨਾਂ ਸੰਤੋਖ ਤੋਂ ਉਹਦਾ ਰੱਜ ਹੁੰਦਾ ਹੀ ਨਹੀਂ। ਤੇ ਸੰਤੋਖ ਕਾਹਦੇ ਨਾਲ ਮਿਲਦਾ? ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਸੰਤੋਖ ਪ੍ਰਾਪਤ ਹੁੰਦਾ ਕਿ ਜਿੰਨਾ ਕੁਝ ਹੈਗਾ ਇੰਨਾ ਬਹੁਤ ਹੈ, ਸੰਤੋਖ ਕਰ, ਸਬਰ ਕਰ। ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ, ਉਸ ਗੁਰੂ ਦੇ ਘਰ ਵਿੱਚ ਮੈਂ ਪਾਣੀ ਢੋਵਾਂ। ਕਿਹੜੇ ਗੁਰੂ ਦੇ? ਜਿਸ ਗੁਰ ਤੇ ਅਕਲ ਗਤ ਜਾਣੀ, ਜਿਸ ਗੁਰੂ ਤੋਂ ਅਕਲ ਦੀਆਂ ਗੱਲਾਂ ਸਿੱਖੀਆਂ ਨੇ। ਤਿਸ ਗੁਰ ਕੈ ਗ੍ਰਹਿ ਪੀਸੋ ਨੀਤ, ਮੈਂ ਉਹਦੇ ਘਰ ਵਿੱਚ ਚੱਕੀ ਪੀਵਾਂ। ਜੇ ਪ੍ਰਸਾਦ ਵੈਰੀ ਸਭ ਮੀਤ, ਜਿਹਦੀ ਕਿਰਪਾ ਨਾਲ ਸਾਰੇ ਵੈਰੀ ਜਿਹੜੇ ਸੀ ਉਹ ਮੇਰੇ ਮਿੱਤਰ ਬਣ ਗਏ ਅਤੇ ਵੈਰੀ ਮੈਨੂੰ ਮਿੱਤਰ ਦਿਸਣ ਵੀ ਲੱਗ ਪਏ। ਜਿਨ ਗੁਰ ਮੂਕੋ ਦੀਨਾ ਜੀਓ, ਆਪਣਾ ਦਾਸਰਾ ਆਪੇ ਮੁੱਲ ਲਿਓ, ਜਿਹਨੇ ਮੈਨੂੰ ਇਹ ਜੀਵਨ ਦਿੱਤਾ। ਫਿਰ ਅੱਗੇ ਜਾ ਕੇ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਕਾਲ ਕਲੇਸ਼ ਭੈ ਭ੍ਰਮ ਦੁਖ ਲਾਤਾ, ਕੋ ਨਾਨਕ ਮੇਰਾ ਗੁਰ ਸਮਰਾਥਾ। ਕਾਲ ਕਲੇਸ਼ ਭੈ ਭਰਮ ਦੁੱਖ ਤੇ ਭੁਲੇਖੇ ਉਹ ਵੀ ਦੂਰ ਹੋ ਗਏ, ਕਲੇਸ਼ ਵੀ ਦੂਰ ਹੋ ਗਏ। ਐਸਾ ਸਤਿਗੁਰੂ ਮੈਨੂੰ ਮਿਲਿਆ, ਅੰਦਰੋਂ ਝਗੜੇ ਮਿਟ ਗਏ। ਜਿਹੜਾ ਡਰ ਸੀ, ਜਮਾਂ ਦਾ ਡਰ, ਇੱਥੋਂ ਦਾ ਡਰ, ਉਹ ਸਾਰੇ ਡਰ ਚਲੇ ਗਏ। ਭਟਕਣਾ ਮੁੱਕ ਗਈ। ਭਾਵ ਮਨ ਅਤੇ ਤਨ ਦੇ ਸਾਰੇ ਦੁੱਖ ਦੂਰ ਹੋ ਗਏ। ਕਹੋ ਨਾਨਕ ਮੇਰਾ ਗੁਰ ਸਮਰੱਥਾ, ਜਿਹੜਾ ਸਮਰੱਥ ਸਤਿਗੁਰੂ ਹੈ ਮੇਰਾ, ਜਿਹੜਾ ਸਮਰੱਥ ਤੋਂ ਭਾਵ ਜਿਹੜਾ ਬਹੁਤ ਸਾਰੀਆਂ ਅਨੰਤ ਸ਼ਕਤੀਆਂ ਦਾ ਮਾਲਕ ਹੈ, ਉਸ ਸਤਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਇਹ ਸਾਰੇ ਦੁੱਖ ਦੂਰ ਹੋ ਗਏ। ਇਸ ਕਰਕੇ ਸਾਧ ਸੰਗਤ ਜੀ, ਆਪਾਂ ਨੂੰ ਦੇਹਧਾਰੀ ਸਤਿਗੁਰੂ ਨੂੰ ਆਪਣੇ ਅੰਦਰ ਵਸਾਉਣਾ ਚਾਹੀਦਾ ਅਤੇ ਸਤਿਗੁਰੂ ਨੂੰ ਅੰਦਰ ਵਸਾ ਕੇ ਸੁਖੀ ਹੋ ਜਾਣਾ ਚਾਹੀਦਾ ਹੈ। ਸਤਿਗੁਰੂ ਨੂੰ ਅੰਦਰ ਵਸਾ ਕੇ ਸਤਿਗੁਰੂ ਦਾ ਉਪਦੇਸ਼ ਸੁਣੀਏ, ਸਤਿਗੁਰੂ ਦਾ ਉਪਦੇਸ਼ ਸੁਣ ਕੇ ਉਹਨੂੰ ਕਮਾਈਏ। ਕਮਾਉਣ ਨਾਲ ਹੀ ਸੁਖ ਪ੍ਰਾਪਤ ਹੋ ਸਕਦਾ। ਸਤਿਗੁਰ ਨੂੰ ਸਭ ਕੋਈ ਦੇਖਦਾ, ਜੇਤੜਾ ਸਗਲ ਸੰਸਾਰ, ਡਿਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਸ਼ਬਦ ਤੋਂ ਭਾਵ ਉਪਦੇਸ਼ ਤੋਂ ਹੈ, ਜਿੰਨਾ ਚਿਰ ਗੁਰੂ ਦੇ ਉਪਦੇਸ਼ ਨੂੰ ਵਿਚਾਰ ਕੇ ਆਪਾਂ ਨਾ ਮੰਨਾਂਗੇ, ਉਨਾ ਚਿਰ ਸਾਨੂੰ ਬਹੁਤਾ ਲਾਭ ਨਹੀਂ ਹੋ ਸਕਦਾ। ਦਰਸ਼ਨ ਕਰਨ ਨਾਲ ਲਾਭ ਜ਼ਰੂਰ ਹੁੰਦਾ। ਸਤਿਗੁਰ ਦਰਸ਼ਨ ਅਗਨ ਵਿਨਾਸ਼ੀ, ਸਤਿਗੁਰੂ ਦਾ ਦਰਸ਼ਨ ਪਾਪਾਂ ਦੀ ਅੱਗ ਨੂੰ ਦੂਰ ਕਰ ਦਿੰਦਾ, ਪਰੰਤੂ ਉਪਦੇਸ਼ ਸੁਣ ਕੇ ਉਹਨੂੰ ਅੰਦਰ ਵਸਾਉਣਾ ਅਤਿਅੰਤ ਜ਼ਰੂਰੀ ਹੈ। ਫਿਰ ਸੱਚੇ ਪਾਤਸ਼ਾਹ ਇੱਕ ਥਾਂ ਬਚਨ ਕਰਦੇ ਨੇ, ਸਿਮਰੋ ਦਿਨ ਰੈਨ ਗੁਰ ਕੇ ਚਰਨਾ, ਆਪਣੇ ਸਤਿਗੁਰੂ ਦੇ ਚਰਨਾਂ ਨੂੰ ਮੈਂ ਹਰ ਸਮੇਂ ਯਾਦ ਰੱਖਣਾ। ਲక్ష్మణ ਜੀ ਨੇ ਵੀ ਕਿਹਾ ਸੀ, ਜਦੋਂ ਮਾਤਾ ਸੀਤਾ ਜੀ ਨੂੰ ਰਾਵਣ ਲੈ ਗਿਆ, ਉਹਨਾਂ ਨੇ ਆਖਿਆ ਜੀ ਮੈਂ ਤਾਂ ਚਰਨਾਂ ਦਾ ਨੂੰ ਵੇਖਿਆ, ਮੁਖੜੇ ਦੇ ਹੁੰਦੇ ਮੈਂ ਪਛਾਣੇ ਵੇਖਿਆ ਹੀ ਨਹੀਂ, ਤੇ ਨਾ ਮੈਨੂੰ ਮੁਖੜੇ ਦੇ ਗਹਿਣਿਆਂ ਦਾ ਪਤਾ, ਚਰਨਾਂ ਦੇ ਗਹਿਣੇ ਮੈਂ ਪਛਾਣ ਸਕਦਾ। ਸੋ ਸਾਡੇ ਪੰਥ ਵਿੱਚ ਵੀ ਗੁਰੂ ਦੇ ਚਰਨਾਂ ਦਾ, ਸੰਤਾਂ ਦੇ ਚਰਨਾਂ ਦਾ ਬਹੁਤ ਮਹਾਤਮ ਹੈ। ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨ ਸੱਚੀ ਮੁੱਚੀ ਪਰਸਣ ਦਾ ਮੈਨੂੰ ਸਮਾਂ ਮਿਲਿਆ ਸੀ, ਉਹਨਾਂ ਨੇ ਕਿਰਪਾ ਕੀਤੀ ਸੀ। ਵੈਸੇ ਤਾਂ ਸੱਚੇ ਪਾਤਸ਼ਾਹ ਆਮ ਤੌਰ ਤੇ ਚਰਨੀ ਹੱਥ ਕਿਸੇ ਤੋਂ ਲਵਾਉਂਦੇ ਹੀ ਨਹੀਂ ਸੀ, ਪਰ ਜਦੋਂ ਮੈਂ ਲਤਾੜਦਾ ਹੁੰਦਾ ਸਾਂ ਸੱਚੇ ਪਾਤਸ਼ਾਹ ਨੂੰ, ਤੇ ਸੱਚੇ ਪਾਤਸ਼ਾਹ ਮੂਧੇ ਲੇਟੇ ਹੁੰਦੇ ਸੀ, ਉੱਤੇ ਚੜ ਕੇ ਪੱਟਾਂ ਤੇ ਉੱਤੇ ਖਲੋ ਕੇ ਜਾਂ ਲੱਕ ਤੇ ਖਲੋ ਕੇ ਲਤਾੜਨਾ ਹੁੰਦਾ ਸੀ। ਫਿਰ ਉਸ ਤੋਂ ਉਪਰੰਤ ਸੱਚੇ ਪਾਤਸ਼ਾਹ ਜੀ ਦੀਆਂ ਖੁੱਚਾਂ ਦੇ ਵਿੱਚ ਪੈਰ ਰੱਖ ਕੇ ਅਤੇ ਲੱਤਾਂ ਨੂੰ ਚਰਨ ਫੜ ਕੇ ਉਹਨੂੰ ਵਾਪਸ ਮੋੜਨਾ ਹੁੰਦਾ ਸੀ। ਉਦੋਂ ਚਰਨਾਂ ਨੂੰ ਹੱਥ ਲੱਗ ਸਕਦਾ ਸੀ। ਉਦੋਂ ਜਦੋਂ ਚਰਨਾਂ ਨੂੰ ਹੱਥ ਲੱਗਦਾ ਸੀ, ਉਦੋਂ ਮੈਨੂੰ ਇਹ ਸੁਭਾਗ ਵੀ ਪ੍ਰਾਪਤ ਹੁੰਦਾ ਸੀ, ਜਿਹੜਾ ਮੈਂ ਫਾਇਦਾ ਉਠਾ ਲੈਂਦਾ ਸੀ ਕਿ ਮੈਂ ਆਪਣਾ ਮੱਥਾ ਸੱਚੇ ਪਾਤਸ਼ਾਹ ਦੇ ਚਰਨ ਤੇ ਲਾ ਲੈਂਦਾ ਸੀ, ਜਿੰਨਾ ਚਿਰ ਉਹਨੂੰ ਮੋੜ ਕੇ ਉੱਪਰ ਕਰਕੇ ਰੱਖਣਾ। ਸੋ ਇਸ ਤਰ੍ਹਾਂ ਕਿਰਪਾ ਉਹਨਾਂ ਨੇ ਕੀਤੀ, ਚਰਨ ਛੋਹ ਪ੍ਰਾਪਤ ਹੋਈ। ਫਿਰ ਮਸਤਾਨਗੜ੍ਹ ਵਿੱਚ ਇੱਕ ਵਾਰੀ ਸੱਚੇ ਪਾਤਸ਼ਾਹ ਦੇ ਚਰਨਾਂ ਦੀਆਂ ਤਸਵੀਰਾਂ ਮੈਂ ਖਿੱਚੀਆਂ ਸੀ। ਸਭ ਤੋਂ ਪਹਿਲੀਆਂ ਚਰਨ ਦੀਆਂ ਤਸਵੀਰਾਂ ਉਹ ਹੀ ਸਨ। ਇਸ ਕਰਕੇ ਮੈਨੂੰ ਪਤਾ ਹੈ ਕਿ ਚਰਨ ਕੀ ਚੀਜ਼ ਹੈ। ਗੁਰੂ ਦੇ ਚਰਨ, ਸਿਮਰੋ ਦਿਨ ਰੈਨ ਗੁਰ ਕੇ ਚਰਨਾ, ਜਤ ਕਤ ਪੇਖੋ ਤੁਮਰੀ ਸਰਨਾ।
फिर सच्चे पातशाह अगे बचन करते ने, संत प्रसाद हर के गुण गाया। ਸੰਤ ਪ੍ਰਸਾਦ, ਸੰਤਾਂ ਸਾਧਾਂ ਨੂੰ ਮਿਲ ਕੇ ਉਹਨਾਂ ਦੀ ਕਿਰਪਾ ਨਾਲ ਹਰੀ ਦੇ ਗੁਣ ਗਾਏ, ਜਿਵੇਂ ਤੁਸੀਂ ਵੀ ਹਰ ਰੋਜ਼ ਗੁਣ ਗਾਉਂਦੇ ਹੋ ਇੱਥੇ। ਗੁਰ ਭੇਟਤ ਨਾਨਕ ਸੁਖ ਪਾਇਆ, ਗੁਰੂ ਨੂੰ ਮਿਲ ਕੇ ਆਪਾਂ ਨੂੰ ਸੁਖ ਮਿਲਿਆ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਨੂੰ ਮਿਲ ਕੇ ਸੁਖ ਪ੍ਰਾਪਤ ਕਰੋ, ਉਹਨੂੰ ਅੰਦਰ ਵਸਾਓ ਅਤੇ ਗੁਰ ਕੀ ਮੂਰਤ ਮਨ ਮੈਂ ਧਿਆਨ, ਆਪਣੇ ਸਤਿਗੁਰੂ ਦਾ ਸਰੂਪ ਅੰਦਰ ਵਸਾਓਗੇ, ਮਨ ਦੇ ਵਿੱਚ ਉਹਦਾ ਧਿਆਨ ਧਰੋਗੇ ਤਾਂ ਸੱਚੀ ਮੁੱਚੀ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ ਹੀ ਹੋਵੇਗਾ। 100% ਨਹੀਂ, 1000% ਪੱਕਾ ਹੈ। ਪਰ ਅੰਦਰ ਵਸਾਓ ਤਾਂ ਸਹੀ। दिल के आईने में है तस्वीरें यार, जरा गर्दन झुकाई तो देख ले। इस तरह करो, ਹੁਣ ਜਿੱਥੇ ਵੀ ਆਪ ਜੀ ਬੈਠੇ ਹੋ, ਖਲੋਤੇ ਹੋ, ਕੁਝ ਸਕਿੰਟਾਂ ਲਈ ਆਪ ਜੀ ਨੇਤਰ ਮੀਟੋ ਤੇ ਨੇਤਰ ਮੀਟ ਕੇ ਦੇਖੋ ਕਿ ਆਪਾਂ ਨੇਤਰ ਮੀਟ ਕੇ ਆਪਣੇ ਗੁਰੂ ਦੇ ਦਰਸ਼ਨ ਕਰ ਸਕਦੇ ਹਾਂ। ਕਰੋ ਜਰਾ। ਹੁਣ ਨੇਤਰ ਖੋਲੋ ਅਤੇ ਸੋਚੋ, ਆਤਮ ਵਿਸ਼ਲੇਸ਼ਣ ਕਰੋ, ਆਪਣੇ ਆਪਣੇ ਅੰਦਰ ਦੇਖੋ ਕਿ 10 ਸਕਿੰਟ ਵਾਸਤੇ ਅਸੀਂ ਅੰਦਰੋਂ ਆਪਣੇ ਸਤਿਗੁਰੂ ਦਾ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਅਸੀਂ 10 ਸਕਿੰਟ ਸੱਚੀ ਮੁੱਚੀ ਸਾਡਾ ਮਨ ਟਿਕਿਆ। 10 ਸਕਿੰਟ ਦੀ ਮੈਂ ਗੱਲ ਕਰ ਰਿਹਾ, ਮਿੰਟ ਨਹੀਂ। ਕਿ 10 ਸਕਿੰਟ ਵਾਸਤੇ ਸਾਨੂੰ ਆਪਣੇ ਪ੍ਰੀਤਮ ਪਿਆਰੇ ਸਤਿਗੁਰੂ ਦੇ ਦਰਸ਼ਨ ਹੋਏ ਕਿ ਨਹੀਂ ਹੋਏ? 1 ਸਕਿੰਟ ਵੀ ਹੋਏ ਕਿ ਨਹੀਂ ਹੋਏ? ਕਿ 10 ਸਕਿੰਟ ਲਗਾਤਾਰ ਹੋਏ ਕਿ 3-4 ਸਕਿੰਟ ਹੋਏ ਕਿ 7 ਹੋਏ? ਵਿਚਾਰ ਕਰੋ ਆਪਣੇ ਆਪਣੇ ਅੰਦਰ। ਕਿਉਂਕਿ ਜਿਹਨੂੰ ਆਪਾਂ ਪਿਆਰ ਕਰਦੇ ਹਾਂ ਉਹਦਾ ਤਾਂ ਸਰੂਪ ਜਦੋਂ ਅੱਖਾਂ ਮੀਟ ਗਏ ਉਦੋਂ ਹੀ ਅੰਦਰ ਆ ਜਾਂਦਾ। ਵੈਸੇ ਤਾਂ ਖੁੱਲੀਆਂ ਨਾਲ ਵੀ ਆ ਜਾਂਦਾ ਜਦੋਂ ਅਵਸਥਾ ਉੱਚੀ ਹੋ ਜਾਂਦੀ ਹੈ, ਪਰ ਜਦੋਂ ਅੱਖਾਂ ਮੀਟ ਗਏ ਉਦੋਂ ਤਾਂ ਸੱਚੀ ਮੁੱਚੀ ਅੰਦਰ ਸਾਨੂੰ ਉਹਦੇ ਦਰਸ਼ਨ ਹੁੰਦੇ ਨੇ। ਜਿੰਨਾ ਅਸੀਂ ਬਹੁਤਾ ਲੰਬਾ ਸਮਾਂ ਅਭਿਆਸ ਕਰਦੇ ਰਵਾਂਗੇ ਓਨਾ ਲੰਬਾ ਸਾਨੂੰ ਦਰਸ਼ਨ ਹੋਣਾ ਸ਼ੁਰੂ ਹੋ ਜਾਵੇਗਾ। ਇਹਦੇ ਵਾਸਤੇ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੀਰ ਰਾਂਝੇ ਦੇ ਚਰਿੱਤਰ ਵਿੱਚ ਲਿਖਦੇ ਨੇ, ਉਠਤ ਬੈਠਤ ਸੋਵਤ ਜਾਗਤ, ਉਠਤ ਬੈਠਤ ਸੋਵਤ ਜਾਗਤ, ਰਾਂਝਨ ਮੋਹਿ ਚੈਨ ਨਾ ਦੇਹੀ। ਰਾਂਝਾ ਮੈਨੂੰ ਉੱਠਦਿਆਂ ਬਹਿੰਦਿਆਂ ਸੌਂਦਿਆਂ ਖਾਂਦਿਆਂ ਮੈਨੂੰ ਚੈਨ ਨਹੀਂ ਲੈਣ ਦਿੰਦਾ, ਸੁੱਖ ਨਹੀਂ ਲੈਣ ਦਿੰਦਾ। ਕੀ ਕਰਦਾ ਸੀ? ਚੂੰਡੀਆਂ ਵੜਦਾ ਸੀ ਹੀਰ ਨੂੰ? ਨਹੀਂ, ਇਹ ਹੀਰ ਆਪਣੇ ਮੂੰਹੋਂ ਕਹਿੰਦੀ ਹੈ, ਉਠਤ ਬੈਠਤ ਸੋਵਤ ਜਾਗਤ, ਰਾਂਝਨ ਮੋਹਿ ਚੈਨ ਨ ਦੇਹੀ। ਜੋ ਹਟ ਬੈਠ ਰਹੋ ਗ੍ਰਹਿ ਮੈਂ, ਵੀ ਬੈਠ ਰਹਾ ਹੀਰ ਮੈਂ ਪਹਿਲੇ ਹੀ। ਜੇ ਮੈਂ ਉਹਨੂੰ ਮਿਲਣ ਨਹੀਂ ਜਾਂਦੀ, ਘਰ ਵਿੱਚ ਬੈਠੀ ਰਵਾਂ, ਉਹ ਮੇਰੇ ਅੰਦਰ ਪਹਿਲੋਂ ਹੀ ਵੜ ਕੇ ਬੈਠਾ ਹੁੰਦਾ। ਇਹ ਹੈ ਗੱਲ ਪ੍ਰੇਮੀਆਂ ਦੀ। 2.5 ਅੱਖਰ ਪ੍ਰੇਮ ਕੇ ਬੜੇ ਸੋ ਪੰਡਿਤ ਹੋਏ। ਬੜੀ ਔਖੀ ਘਾਟੀ ਹੈ ਪ੍ਰੇਮ ਦੀ। ਪ੍ਰੇਮ ਕੀ ਹੈ? ਸਾਰੇ ਸੰਸਾਰ ਵਿੱਚ ਅੱਜ ਤੱਕ ਕੋਈ ਨਹੀਂ ਦੱਸ ਸਕਿਆ ਪ੍ਰੇਮ ਕੀ ਹੈ। ਕਿਸੇ ਤੋਂ ਵਿਆਖਿਆ ਨਹੀਂ ਹੋਈ, ਹੋ ਵੀ ਨਹੀਂ ਸਕਦੀ। ਭਾਵੇਂ ਸੰਸਾਰ ਦਾ 95% ਸਾਹਿਤ ਪ੍ਰੇਮ ਬਾਰੇ ਲਿਖਿਆ ਗਿਆ। ਫਿਰ ਅਗਲੀ ਗੱਲ ਹੈ ਕਿ ਪ੍ਰੇਮ ਕਰਨਾ ਅਤੇ ਪ੍ਰੇਮ ਨਿਭਾਉਣਾ ਦੋ ਵੱਖੋ ਵੱਖ ਨੇ। ਪ੍ਰੇਮ ਨਿਭਾਉਣਾ ਅਤਿਅੰਤ ਕਠਿਨ ਹੈ, ਅਤਿਅੰਤ ਕਠਿਨ ਹੈ। ਜੇ ਤਾਂ ਤੁਸੀਂ ਆਪਣੇ ਪ੍ਰੀਤਮ ਨੂੰ ਮਿਲਣ ਨਹੀਂ ਜਾਂਦੇ, ਹਰ ਰੋਜ਼ ਉਹਦੇ ਦਰਸ਼ਨ ਨਹੀਂ ਕਰਦੇ, ਤਾਂ ਵੀ ਭੁੱਲ ਜਾਈਦਾ। ਜੇ ਹਰ ਰੋਜ਼ ਹਰ ਵੇਲੇ ਉਹਦੇ ਕੋਲ ਹੀ ਵੜੇ ਰਹੀਏ, ਹਰ ਵੇਲੇ ਜਾਈਏ, ਤਾਂ ਵੀ ਬੇਸਵਾਦੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਪ੍ਰੀਤ ਘਟਾ ਨਿਤ ਮੀਤ ਕੇ ਜਾਈ। ਇਸ ਕਰਕੇ ਪਹਿਲਾ ਮੁੱਢ ਤਾਂ ਇੱਥੋਂ ਹੀ ਵੱਜ ਜਾਂਦਾ। ਜਿਵੇਂ ਕਹਿੰਦੇ ਨੇ ਕਿ ਤੁਰ ਗਿਆ ਤੇ ਮਰ ਗਿਆ ਬਰਾਬਰ ਹੀ ਹੁੰਦਾ। ਜਦੋਂ ਅਸੀਂ ਕਿਤੇ ਦੂਰ ਚਲੇ ਜਾਈਏ, ਹੋਰ ਕੰਮਾਂ ਦੇ ਵਿੱਚ ਧਿਆਨ ਉਲਝ ਜਾਂਦਾ। ਕਈ ਵਾਰੀ ਸਾਨੂੰ ਪ੍ਰੀਤਮ ਹੀ ਹੋਰ ਕੋਈ ਮਿਲ ਪੈਂਦਾ, ਪਹਿਲਾ ਪ੍ਰੀਤਮ ਦਾ ਧਿਆਨ ਆਪੇ ਹੀ ਭੁੱਲ ਜਾਂਦਾ। ਅਤੇ ਜੇ ਅਸੀਂ ਪ੍ਰੀਤਮ ਦੇ ਨੇੜੇ ਵੀ ਰਹਿੰਦੇ ਹਾਂ, ਇਕੱਠੇ ਵੀ ਰਹਿੰਦੇ ਹਾਂ, ਤਾਂ ਵੀ ਬੇਸਵਾਦੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਐਸੇ ਬੜੇ ਕਾਰਨ ਨੇ, ਵਿਚਾਰਾਂ ਦੇ ਮਤਭੇਦ, ਸੁਭਾਅ ਦੇ ਮਤਭੇਦ, ਆਦਤਾਂ ਵੱਖੋ ਵੱਖ। ਇਸ ਕਰਕੇ ਪ੍ਰੇਮ ਨਿਭਾਉਣਾ ਅਤਿਅੰਤ ਕਠਿਨ ਹੈ। ਜਿਹੜੇ ਇਸਤਰੀ ਪੁਰਸ਼ ਦੇ ਪ੍ਰੇਮ ਨੂੰ ਵੀ ਪ੍ਰੇਮ ਸਮਝਦੇ ਨੇ, ਉਹਨਾਂ ਦੇ ਵਾਸਤੇ ਵੀ ਇਹ ਗੱਲ ਹੈ ਕਿ ਜਿਨ੍ਹਾਂ ਦੇ ਪ੍ਰੇਮ ਵਿਆਹ ਨੇ ਉਹ ਵੀ ਬਹੁਤ ਜ਼ਿਆਦਾ ਲੜਦੇ ਨੇ ਆਪਸ ਵਿੱਚ। ਉਹ ਕਿਉਂ ਲੜਦੇ ਨੇ ਜੇ ਪ੍ਰੇਮ ਵਿਆਹ ਹੈ? ਕਿਉਂਕਿ ਉਦੋਂ ਪ੍ਰੇਮ ਨਹੀਂ ਰਹਿ ਜਾਂਦਾ, ਉਦੋਂ ਜੀਵਨ ਇੱਕ ਸਧਾਰਨ ਰੂਪ ਧਾਰ ਲੈਂਦਾ।
ਸੋ ਇਸ ਕਰਕੇ ਪ੍ਰੇਮ ਕਰਨਾ ਅਤੀ ਉੱਤਮ ਕਾਰਜ ਹੈ, ਪਰ ਪ੍ਰੇਮ ਨਿਭਾਉਣਾ ਅਤਿਅੰਤ ਕਠਿਨ ਹੈ। ਗੁਰੂ ਦਾ ਪ੍ਰੇਮ ਕਰੋ, ਗੁਰੂ ਨਾਲ ਪ੍ਰੇਮ ਕਰਕੇ ਗੁਰੂ ਆਪਣੇ ਪ੍ਰੀਤਮ ਨੂੰ ਸਾਰਿਆਂ ਵਿੱਚ ਵੇਖੋ ਅਤੇ ਸੁਖੀ ਹੋ ਜਾਓ, ਤਾਂ ਕਿ ਤੁਹਾਡੇ ਅੰਦਰੋਂ ਕਲੇਸ਼ ਮੁੱਕ ਜਾਵੇ। ਗੁਰੂ ਕਾ ਉਪਦੇਸ਼ ਸੁਣੋ, ਉਹਨੂੰ ਕਮਾਓ। ਸਤਿਗੁਰ ਕਾ ਉਪਦੇਸ਼ ਸੁਣ, ਤੂੰ ਹੋਵੈ ਤੇਰੇ ਨਾਲੇ। ਸੋ ਇਸ ਕਰਕੇ ਸਾਧ ਸੰਗਤ ਜੀ, ਆਪਣੇ ਅੰਦਰ ਸਤਿਗੁਰੂ ਨੂੰ ਵਸਾਓ ਅਤੇ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹਿ ਮਿਟਾਵੋ। ਸਤਿ ਸ੍ਰੀ ਅਕਾਲ।